ਕੁੜੀਆਂ ਨੂੰ ਲੋਕ ਅਕਸਰ ਚਿੜੀਆਂ ਆਖ ਦਿੰਦੇ ਨੇ। ਕੁੜੀਆਂ ਤਾਂ ਚਿੜੀਆਂ ਨੇ, ਸਾਡਾ ਚਿੜੀਆਂ ਦਾ ਚੰਬਾ। ਇਹ ਗੱਲ ਸੱਚ ਵੀ ਹੈ ਕਿ ਕੁੜੀਆਂ ਚਿੜੀਆਂ ਜਿਹੀਆਂ ਹੀ ਹੁੰਦੀਆਂ ਨੇ। ਜਿਨ੍ਹਾਂ ਦੀ ਕਿਸਮਤ ਦੀ ਵਾਗਡੋਰ ਉਹਨਾਂ ਦੇ ਮਾਪਿਆਂ ਦੇ ਹੱਥ ਹੁੰਦੀ ਹੈ, ਤੇ ਜੇ ਕੁਝ ਬੁਰਾ ਹੋ ਜਾਵੇ ਕਿਸੇ ਕੁੜੀ ਚਿੜੀ ਨਾਲ ਤਾਂ ਇਹੋ ਮਾਪੇ ਆਖ ਦਿੰਦੇ ਨੇ ਕਿਸਮਤ ਦੀਆਂ ਗੱਲਾਂ ਨੇ, ਸੰਜੋਗ ਹੀ ਅਜਿਹੇ ਸੀ। ਇਹ ਸਭ ਸੁਣ ਕੇ ਲੱਗਦਾ ਹੈ ਕਿ ਚਿੜੀਆਂ ਦੀ ਕਿਸਮਤ ਕੁੜੀਆਂ ਨਾਲੋਂ ਫਿਰ ਵੀ ਚੰਗੀ ਹੁੰਦੀ ਹੈ। ਉਹਨਾਂ ਕੋਲ ਖੰਭ ਹੁੰਦੇ ਨੇ ਕਿ ਉਹ ਆਪਣੀ ਮਰਜ਼ੀ ਨਾਲ ਉੱਡ ਸਕਦੀਆਂ ਨੇ। ਕੁੜੀਆਂ ਤਾਂ ਇਹ ਵੀ ਨਹੀਂ ਕਰ ਸਕਦੀਆਂ। ਇਹਨਾਂ ਤੇ ਤਾਂ ਸ਼ਰੀਕਾ, ਖਾਨਦਾਨ, 7 ਪੀੜ੍ਹੀਆਂ ਦੀ ਇੱਜ਼ਤ ਦਾ ਭਾਰ ਜੋ ਲੱਦਿਆ ਹੁੰਦਾ ਹੈ। ਇਹ ਉੱਡਣ ਵਾਲੀਆਂ ਚਿੜੀਆਂ ਨਹੀਂ, ਕੱਚ ਦੀਆਂ ਚਿੜੀਆਂ ਬਣ ਕੇ ਰਹਿ ਜਾਂਦੀਆਂ ਨੇ, ਜਿਨ੍ਹਾਂ ਨੂੰ ਕਦੇ ਵੀ ਕੋਈ ਚੁੱਕ ਕੇ ਜ਼ਮੀਨ ਤੇ ਪਟਕ ਸਕਦਾ ਹੈ, ਤੇ ਫਿਰ ਇਹੋ ਇੰਜ ਟੁੱਟ ਕੇ ਬਿਖਰ ਜਾਂਦੀਆਂ ਨੇ ਕਿ ਮੁੜ ਜੁੜਨਾ ਅਸੰਭਵ ਹੋ ਜਾਂਦਾ ਹੈ। ਅੱਜ ਬਦਲਦੇ ਹੋਏ ਸਮਾਜ 'ਚ ਇਹੋ ਕੱਚ ਦੀਆਂ ਚਿੜੀਆਂ ਟੁੱਟ ਕੇ ਤੋੜਨ ਵਾਲੇ ਹਰ ਸ਼ਖਸ ਦੇ ਪੈਰਾਂ 'ਚ ਚੁੱਭ ਰਹੀਆਂ ਨੇ। ਸ਼ਾਇਦ ਇਸੇ ਲਈ ਅੱਜ ਫਿਰ ਤੋਂ ਕਟਹਿਰੇ 'ਚ ਇੱਕ ਕੁੜੀਆਂ ਹੀ ਖੜੀਆਂ ਨੇ। ਇਹੋ ਇੱਕ ਕੱਚ ਦੀ ਚਿੜੀ ਬਣ ਕੇ ਮੈਂ ਜੰਮੀ ਸਾਂ। ਸਿਰਫ 14 ਕੁ ਵਰ੍ਹਿਆਂ ਦੀ ਸਾਂ ਜਦੋਂ ਵੱਡੀ ਭੈਣ ਦੀਆਂ ਲਾਵਾਂ ਵੇਲੇ ਮੇਰੇ ਸਿਰ ਤੇ ਸੂਹੀ ਚੁੰਨੀ ਦੇ ਕੇ ਮੇਰੇ ਹੱਥ ਉਹਦੇ ਦਿਓਰ ਦਾ ਪੱਲਾ ਫੜਾ ਕੇ ਮੈਨੂੰ ਵੀ ਉੱਤੇ ਹੀ ਬਿਠਾ ਦਿੱਤਾ। ਭੈਣ ਵਿਦਾ ਹੋ ਕੇ ਚਲੀ ਗਈ ਤੇ ਮੇਰੀ ਵਿਦਾਈ 18ਵੇਂ ਸਾਲ 'ਚ ਹੋਣੀ ਸੀ। ਹਾਲੇ ਮੈਨੂੰ ਵਿਆਹ ਤੋਂ ਬਾਅਦ ਵੀ ਜ਼ਿੰਦਗੀ ਬਾਰੇ ਕੁਝ ਵੀ ਸੋਝੀ ਨਹੀਂ ਸੀ। ਗ੍ਰਹਿਸਥ ਜੀਵਨ ਕੀ ਹੁੰਦਾ ਹੈ, ਘਰ ਵਾਲਾ ਕੀ ਹੁੰਦਾ ਹੈ, ਘਰ ਵਾਲੀ ਹੋਣ ਦੇ ਨਾਤੇ ਇੱਕ ਔਰਤ ਦੇ ਕੀ ਫਰਜ਼ ਹੁੰਦੇ ਨੇ, ਇਹਨਾਂ ਬਾਰੇ ਵੀ ਭੋਰਾ ਇਲਮ ਨਹੀਂ ਸੀ। ਮਾਪੇ ਖੁਸ਼ ਸੀ ਕਿ ਚਲੋ ਇਹ ਜ਼ਿੰਮੇਵਾਰੀ ਵੀ ਨਿਬੜ ਗਈ, ਹੁਣ ਹੋਰ 4 ਸਾਲਾਂ ਨੂੰ ਮੁਕਲਾਵਾ ਦੇ ਦਿਆਂਗੇ ਤੇ ਸਾਡੀ ਚਿੰਤਾ ਮੁੱਕ ਜਾਊ। ਉਸ ਵੇਲੇ ਮਾਪਿਆਂ ਦੀ ਚਿੰਤਾ ਬਾਰੇ ਸੋਚਦੀ ਹਾਂ ਕਿ ਕੁੜੀਆਂ ਸੱਚਮੁੱਚ ਇੱਕ ਚਿੰਤਾ ਤੋਂ ਵੱਧ ਕੇ ਕੁਝ ਵੀ ਨਹੀਂ ਹੁੰਦੀਆਂ। ਕਹਿੰਦੇ ਨੇ ਹੁਣ ਜ਼ਮਾਨਾ ਬਦਲ ਗਿਆ, ਪਰ ਜਦੋਂ ਆਸੇ-ਪਾਸੇ ਵੇਖਦੀ ਹਾਂ ਤਾਂ ਪਰਨਾਲਾ ਉੱਥੇ ਦਾ ਉੱਥੇ ਹੀ ਦਿਸਦਾ ਹੈ। ਕੁੜੀ ਅੱਜ ਵੀ ਚਿੰਤਾ ਹੀ ਹੈ, ਬਸ ਚਿੰਤਾ ਦੇ ਵਿਸ਼ੇ ਬਦਲ ਗਏ ਨੇ। ਖੈਰ, ਮੈਂ ਆਪਣੀ ਗੱਲ ਕਰ ਰਹੀ ਸਾਂ। ਮੇਰੇ ਮਾਪਿਆਂ ਦੀ ਖੁਸ਼ੀ ਬਹੁਤਾ ਚਿਰ ਨਾ ਰਹੀ। ਜਦੋਂ 18 ਦੀ ਹੋਣ ਤੋਂ ਬਾਅਦ ਵੀ ਅਗਲੇ ਮੈਨੂੰ ਵਿਦਾ ਕਰਾਉਣ ਨਾ ਆਏ ਤਾਂ ਮਾਪਿਆਂ ਦਾ ਫਿਕਰ ਪਹਿਲਾਂ ਨਾਲੋਂ ਦੁਣਾ ਹੋ ਗਿਆ। ਭੈਣ ਨੂੰ ਵੀ ਉਹ ਘੱਟ ਹੀ ਆਉਣ ਦਿੰਦੇ। ਜੇ ਭੈਣ ਆਉਂਦੀ ਵੀ ਤਾਂ ਆਪਣੇ ਪ੍ਰਾਹੁਣੇ ਦੇ ਨਾਲ ਹੀ ਆਉਂਦੀ ਤੇ ਉਹਦੇ ਨਾਲ ਹੀ ਚਲੀ ਜਾਂਦੀ। ਇੰਜ ਹੀ ਕਈ ਵਾਰ ਹੋਇਆ। ਫਿਰ ਹਾਰ ਕੇ ਬਾਪੂ ਨੇ ਵਿਚੋਲੇ ਨੂੰ ਭੇਜ ਕੇ ਅਸਲ ਗੱਲ ਦਾ ਪਤਾ ਕਰਵਾਇਆ ਤਾਂ ਪਤਾ ਲੱਗਿਆ ਕਿ ਉਹ ਮੁੰਡਾ ਤਾਂ ਆਪਣੀ ਵੱਡੀ ਭਰਜਾਈ ਦੇ ਲੜ ਨਾਲ ਬੱਝਿਆ ਹੋਇਆ ਹੈ। ਫਿਰ ਭੈਣ ਨੂੰ ਬੁਲਾਇਆ, ਉਹਨਾਂ ਨਾਲ ਸਾਰੀ ਗੱਲ ਖੋਲੀ। ਉਹਨੇ ਵੀ ਇਹੋ ਦੱਸਿਆ ਕਿ ਉਹਦੀ ਜਠਾਣੀ ਬਹੁਤ ਬੁਰੀ ਜਨਾਨੀ ਹੈ, ਉਹਨੂੰ ਨਿੱਕੇ ਹੁੰਦੇ ਤੋਂ ਹੀ ਆਪਣੇ ਮਗਰ ਲਾਈ ਫਿਰਦੀ ਹੈ ਤੇ ਹੁਣ ਉਹ ਉਸਦੇ ਨਾਲ ਹੀ ਰਹਿੰਦਾ ਹੈ। ਪਰ ਭੈਣ ਦਾ ਘਰ ਵਾਲਾ ਆਖ ਗਿਆ, ਤੁਸੀਂ ਫਿਕਰ ਨਾ ਕਰੋ, ਅਸੀਂ ਇਸ ਨੂੰ ਲੈ ਕੇ ਜ਼ਰੂਰ ਜਾਵਾਂਗੇ। ਹੋਇਆ ਵੀ ਇੰਜ ਹੀ। ਮਹੀਨੇ ਕੁ ਮਗਰੋਂ ਪੂਰੇ ਮਾਨ ਸਨਮਾਨ ਨਾਲ ਮੈਨੂੰ ਵਿਦਾ ਕਰਵਾ ਕੇ ਲੈ ਗਏ। ਇਸ ਉਮਰ ਤੱਕ ਮੈਨੂੰ ਵਿਆਹ ਦੀ ਸੋਝੀ ਆ ਗਈ ਸੀ, ਪਰ ਫਿਰ ਵੀ ਇਹੋ ਪਤਾ ਸੀ ਕਿ ਵਿਆਹ ਤੋਂ ਮਗਰੋਂ ਮੈਂ ਤੇ ਉਹ ਬੇਬੇ ਬਾਪੂ ਵਾਂਗ ਇਕੱਠੇ ਰਵਾਂਗੇ, ਰਿਸ਼ਤੇਦਾਰੀ 'ਚ ਇਕੱਠੇ ਜਾਇਆ ਕਰਾਂਗੇ। ਉਹ ਮੈਨੂੰ ਜੇ ਕੁਰ ਆਖ ਕੇ ਬੁਲਾਇਆ ਕਰੂਗਾ ਤੇ ਮੈਂ ਫੁਲਕੇ ਬਣਾਇਆ ਕਰਾਂਗੀ, ਨਿੱਕੇ ਨਿੱਕੇ ਸਾਡੇ ਬਾਲ ਹੋਣਗੇ। ਇਹੋ ਸੁਪਨੇ ਤਾਂ ਮੈਂ ਹੁਣ ਤੱਕ ਕੱਤੇ ਸੀ, ਪਰ ਮੈਨੂੰ ਕੀ ਪਤਾ ਸੀ ਕਿ ਕਲੈਣੀ ਤੰਦ ਵੀ ਟੁੱਟ ਜਾਂਦੀ ਹੈ ਤੇ ਜਿਸ ਚਰਖੇ ਤੇ ਰੀਝਾਂ ਦੀਆਂ ਪੂਣੀਆਂ ਕੱਤਣ ਦੇ ਖੁਆਬ ਲੈ ਰਹੀ ਹਾਂ, ਉਹ ਤਾਂ ਚਰਖਾ ਹੀ ਕਿਸੇ ਹੋਰ ਦਾ ਹੈ। ਸਹੁਰੇ ਘਰ ਪਹੁੰਚ ਕੇ ਸੱਸ ਨੇ ਮੇਰਾ ਬਹੁਤ ਚਾਅ ਕੀਤਾ। ਇੰਨਾ ਚਾਅ ਤਾਂ ਮੈਂ ਸੁਪਨੇ 'ਚ ਵੀ ਨਹੀਂ ਸੀ ਸੋਚਿਆ। ਪਰ ਜਿਹਦੇ ਲੜ ਲੱਗ ਕੇ ਮੈਂ ਇਸ ਘਰ ਆਈ ਹਾਂ, ਉਹ ਮੈਨੂੰ ਕਿਤੇ ਨਜ਼ਰ ਨਾ ਆਇਆ। ਮੇਰੇ ਦਿਲ ਨੂੰ ਧੜਕ ਲੱਗਿਆ ਹੋਇਆ ਸੀ ਕਿ ਉਹ ਆਪਣੀ ਭਰਜਾਈ ਨੂੰ ਭੁੱਲ ਕੇ ਮੇਰੇ ਨਾਲ ਮੋਹ ਦੀਆਂ ਕਣੀਆਂ 'ਚ ਭਿੱਜ ਸਕੂਗਾ ਕਿ ਨਹੀਂ। ਆਥਣ ਵੇਲਾ ਹੋ ਗਿਆ ਸੀ, ਉਹ ਫੇਰ ਵੀ ਘਰ ਨਹੀਂ ਸੀ ਆਇਆ। ਸਾਰੀ ਰਾਤ ਸੋਚਾਂ 'ਚ ਉਸਲਵੱਟੇ ਲੈਂਦੀ ਨੇ ਕੱਢੀ। ਕਮਰੇ ਦੀਆਂ ਖਿੜਕੀਆਂ ਰਾਹੀਂ ਬਿੜਕਾ ਲੈਂਦੀ ਰਹੀ, ਖੋਰੇ ਉਹ ਆ ਹੀ ਜਾਵੇ ਤੇ ਮੈਂ ਕਮਲਿਆਂ ਵਾਂਗ ਸੁੱਤੀ ਰਹਾ। ਸਵੇਰ ਵੇਲੇ ਗੁਰੂ ਘਰ ਪਾਠੀ ਸਿੰਘ ਦੀ ਆਵਾਜ਼ ਆਉਣ ਲੱਗ ਪਈ, ਪਰ ਉਹ ਨਾ ਆਇਆ ਤੇ ਨਾ ਮੈਨੂੰ ਨੀਂਦਰ ਆਈ। ਮੇਰੀ ਸੱਸ ਤੇ ਵੱਡੀ ਭੈਣ ਉੱਠ ਗਈਆਂ ਤਾਂ ਉਹਨਾਂ ਦੀ ਆਵਾਜ਼ ਸੁਣ ਕੇ ਮੈਂ ਵੀ ਉੱਠ ਗਈ। ਉਂਝ ਵੀ ਨੀਂਦਰ ਆ ਨਹੀਂ ਸੀ ਰਹੀ ਤੇ ਪਿੱਠ 'ਚ ਦਰਦ ਵੀ ਹੋ ਰਿਹਾ ਸੀ। ਦਿਨ 'ਚ ਪਿੰਡ ਦੀਆਂ ਔਰਤਾਂ ਮੈਨੂੰ ਦੇਖਣ ਆਉਂਦੀਆਂ ਰਹੀਆਂ, ਗਿੱਧਾ ਵੀ ਪਾਇਆ। ਸਾਰੇ ਪਾਸੇ ਖੁਸ਼ੀ ਦਾ ਮਾਹੌਲ ਸੀ। ਮੈਨੂੰ ਵੀ ਖੁਸ਼ ਹੀ ਹੋਣਾ ਚਾਹੀਦਾ ਸੀ, ਪਰ ਮੈਨੂੰ ਤਾਂ ਫਿਕਰ ਖਾ ਰਿਹਾ ਸੀ ਕਿ ਉਹ ਅੱਜ ਵੀ ਘਰ ਆਊਗਾ ਜਾਂ ਨਹੀਂ। ਆਖਰ ਉਸਦੇ ਬਿਨਾਂ ਮੇਰਾ ਇੱਥੇ ਹੋਰ ਵਜੂਦ ਵੀ ਕੀ ਹੈ। ਜੇ ਉਹੀ ਮੈਨੂੰ ਨਾ ਅਪਣਾਏਗਾ ਤਾਂ ਹੋਰ ਕਿਸੇ ਦੇ ਅਪਣਾਉਣ ਜਾਂ ਨਾ ਅਪਣਾਉਣ ਨਾਲ ਕੀ ਫਰਕ ਪੈਂਦਾ ਹੈ। ਦਿਨ ਵੀ ਲੰਘ ਗਿਆ, ਮੁੜ ਕੇ ਰਾਤ ਆ ਗਈ। ਆਖਿਰ ਮੈਂ ਆਪਣੀ ਭੈਣ ਨੂੰ ਪੁੱਛ ਹੀ ਲਿਆ ਕਿ ਉਹ ਕਿੱਥੇ ਹੈ, ਤਾਂ ਭੈਣ ਨੇ ਜੋ ਜਵਾਬ ਦਿੱਤਾ
ਉਹ ਸੁਣ ਕੇ ਮੇਰਾ ਰੋਣਾ ਨਿਕਲ ਗਿਆ। ਤੂੰ ਉਹਦਾ ਇੰਤਜ਼ਾਰ ਨਾ ਕਰ, ਉਹਨੇ ਨਹੀਂ ਆਉਣਾ। ਉਹਨੂੰ ਤਾਂ ਉਸ ਡੈਨ ਨੇ ਕੋਈ ਕਾਲਾ ਜਾਦੂ ਕਰਵਾ ਦਿੱਤਾ ਹੈ। ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਸਾਨੂੰ ਦੋਵਾਂ ਨੂੰ ਘੁਸਰ-ਮੁਸਰ ਕਰਦਿਆਂ ਨੇ ਦੇਖ ਕੇ ਸੱਸ ਵੀ ਆ ਗਈ। ਉਹਨੇ ਮੇਰੇ ਸਿਰ ਨੂੰ ਪਲੂਸਿਆ ਤੇ ਕਿਹਾ, ਧੀਏ ਤੂੰ ਫਿਕਰ ਨਾ ਕਰ, ਆਪਾਂ ਕੱਲ ਨੂੰ ਹੀ ਬਾਬੇ ਕੋਲੋਂ ਤਵੀਤ ਕਰਾ ਕੇ ਲੈ ਕੇ ਆਵਾਂਗੇ। ਦੇਖੀ ਕਿਵੇਂ ਦਿਨਾਂ 'ਚ ਉਹਦਾ ਕੰਜਰੀ ਦਾ ਖਹਿੜਾ ਛੱਡ ਕੇ ਤੇਰੇ ਵੱਸ 'ਚ ਹੁੰਦਾ ਹੈ। ਮੈਨੂੰ ਮੇਰੀ ਸੱਸ ਤੇ ਯਕੀਨ ਹੋ ਗਿਆ ਸੀ ਤੇ ਅੱਜ ਮੈਨੂੰ ਕੋਈ ਇੰਜ ਕਹਿੰਦਾ ਤਾਂ ਮੈਂ ਜ਼ਰੂਰ ਇਹੋ ਕਹਿੰਦੀ ਕਿ ਇੰਨੇ ਸਾਲਾਂ ਤੋਂ ਅੱਖਾਂ ਤੇ ਕਿਹੜੀਆਂ ਪੱਟੀਆਂ ਬੰਨੀ ਫਿਰਦੇ ਹੋ। ਉਦੋਂ ਹੀ ਆਪਣੇ ਹੀ ਵੱਸ 'ਚ ਕਰ ਲੈਂਦੇ, ਪਰ ਮੈਂ ਉਦੋਂ ਅਣਭੋਲ ਸੀ। ਸਭ ਕੁਝ ਸੱਚ ਹੀ ਸੱਚ ਲੱਗਦਾ ਹੁੰਦਾ ਸੀ। ਇੱਕ ਰਾਤ ਹੋਰ ਸਬਰ ਦਾ ਘੁੱਟ ਭਰ ਕੇ ਲੰਘਾ ਲਿਆ। ਅਗਲੇ ਦਿਨ ਮੇਰੀ ਸੱਸ ਮੈਨੂੰ ਤੇ ਵੱਡੀ ਭੈਣ ਨੂੰ ਨਾਲ ਲੈ ਕੇ ਕਿਸੇ ਸਿਆਣੇ ਕੋਲ ਲੈ ਗਈ। ਸਾਰੇ ਗੱਲ ਸੁਣਨ ਮਗਰੋਂ ਉਸ ਸਿਆਣੇ ਨੇ ਰਾਖ ਦੀ ਪੂੜੀ ਬਣਾ ਕੇ ਦੇ ਦਿੱਤੀ ਤੇ ਨਾਲ ਹੀ ਤਵੀਤ ਕਰਕੇ ਦੇ ਦਿੱਤਾ। ਲੌਂਗ ਨੂੰ ਉਸ ਰਾਖ 'ਚ ਦੱਬ ਕੇ ਰੱਖਣ ਮਗਰੋਂ ਚਾਹ 'ਚ ਪਾ ਕੇ ਪਿਲਾਉਣ ਲਈ ਕਿਹਾ। ਅਖੇ ਇਸ ਨੂੰ ਪੀਣ ਮਗਰੋਂ ਉਹ ਬਿੰਦ ਹੀ ਬਿੰਦ ਆਪਣੀ ਭਰਜਾਈ ਕੋਲ ਨਾ ਰਹੋ, ਸਗੋਂ ਸਾਰਾ ਕੁਝ ਵਿਚਾਲੇ ਛੱਡ ਕੇ ਮੇਰੇ ਕੋਲ ਭੱਜਿਆ ਆਵੇਗਾ। ਤੇ ਉਸਨੇ ਇਹ ਵੀ ਕਿਹਾ ਕਿ ਆਉਂਦੀ ਪੂਰਨਮਾਸ਼ੀ ਨੂੰ ਮੇਰੀ ਝੋਲੀ ਫੁੱਲ ਖਿੜ ਪਵੇਗਾ। ਉਹ ਸਿਆਣੇ ਦੀਆਂ ਗੱਲਾਂ ਸੁਣ ਕੇ ਮੈਂ ਇੱਕ ਉਮੀਦ ਜਹੀ ਵੱਜ ਗਈ। ਹੁਣ ਤਾਂ ਬਸ ਰਾਖ ਅਤੇ ਤਵੀਤ ਤੋਂ ਵੀ ਸਾਰੀ ਗੱਲ ਨਿਰਭਰ ਕਰਦੀ ਸੀ। ਉਸਦੇ ਆਉਣ ਦਾ ਇੰਤਜ਼ਾਰ ਕਰਦੇ ਰਹੇ, ਪਰ ਉਹ ਤਾਂ ਉਸ ਰਾਤ ਵੀ ਨਾ ਆਇਆ। ਉਹ ਰਾਤ ਮੇਰੀ ਰੋਂਦੀ ਦੀ ਹੀ ਨਿਕਲ ਗਈ। 3 ਦਿਨ ਮੈਂ ਖੁਦ ਨੂੰ ਸਜਾ ਕੇ ਰੱਖਿਆ, ਪਰ ਹੁਣ ਮੇਰੇ 'ਚ ਇਹ ਸਭ ਕਰਨ ਦੀ ਹਿੰਮਤ ਨਹੀਂ ਸੀ ਬਚੀ। ਆਖਰ ਮੇਰਾ ਸਜਣਾ ਸਵਰਨਾ, ਮੇਰਾ ਸੋਹਣਾਪਣ ਕਿਹਨੇ ਦੇਖਣਾ ਸੀ? ਦੇਖਣ ਵਾਲਾ ਤਾਂ ਕਿਤੇ ਹੋਰ ਹੀ ਬੁੱਕਲਾਂ 'ਚ ਨਿੱਘ ਮਾਣ ਰਿਹਾ ਸੀ ਤੇ ਮੇਰੀ ਸੇਸ ਤਾਂ ਉਂਝ ਹੀ ਸੁੰਨੀ ਦੀ ਸੁੰਨੀ ਰਹਿ ਗਈ ਸੀ। ਆਖਰ ਚੌਥੇ ਦਿਨ ਉਹ ਆਇਆ, ਪਰ ਕੱਲਾ ਨਹੀਂ, ਆਪਣੀ ਭਰਜਾਈ ਨੂੰ ਨਾਲ ਲੈ ਕੇ ਆਇਆ। ਦੋਨੋਂ ਜਣੇ ਪਤੀ ਪਤਨੀ ਵਾਂਗਰਾ ਸਾਈਕਲ ਤੇ ਬੈਠ ਕੇ ਆਏ। ਉਹ ਉਹਦੇ ਮੂਹਰੇ ਬੈਠੀ ਸੀ। ਉਹਨਾਂ ਨੂੰ ਇੰਜ ਦੇਖ ਕੇ ਮੇਰਾ ਦਿਲ ਸੜ ਗਿਆ। ਮੈਨੂੰ ਤਾਂ ਇਹ ਵੀ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਆਪਣਾ ਦੁੱਖ ਕਿੰਜ ਹਾਜ਼ਰ ਕਰਾਂ। ਮੈਂ ਉਹਨਾਂ ਨੂੰ ਦੇਖ ਕੇ ਕਮਰੇ 'ਚੋਂ ਚਲੀ ਗਈ ਤੇ ਕਿੰਨਾ ਚਿਰ ਉੱਥੇ ਬੈਠੀ ਰੋਂਦੀ ਰਹੀ। ਉਸਦੇ ਦਿਲ 'ਚ ਇੱਕ ਵਾਰ ਵੀ ਖਿਆਲ ਨਾ ਆਇਆ ਕਿ ਇਹ ਸਾਰੇ ਹੱਕ ਮੇਰੇ ਨੇ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਉਸ ਨਾਲ ਲਾਵਾਂ ਮੈਂ ਲਈਆਂ ਸੀ। ਮੇਰੇ ਹੱਥਾਂ 'ਚ ਉਹਦੇ ਨਾਮ ਦੀ ਮਹਿੰਦੀ ਲੱਗੀ ਸੀ। ਸ਼ਗਨਾਂ ਦਾ ਚੂੜਾ ਮੈਂ ਆਪਣੀਆਂ ਬਾਹਾਂ 'ਚ ਪਾਇਆ ਸੀ। ਇੱਥੋਂ ਦੀਆਂ ਸਭ ਔਰਤਾਂ ਮੈਨੂੰ ਭਿੰਦਰ ਦੀ ਬਹੂ ਕਹਿ ਕੇ ਬੁਲਾਉਂਦੀਆਂ ਰਹੀਆਂ ਸੀ। ਫਿਰ ਮੇਰੇ ਉਹ ਸਾਰੇ ਹੱਕ ਉਹ ਕਿਸੇ ਹੋਰ ਨੂੰ ਕਿੰਜ ਦੇ ਸਕਦਾ ਸੀ? ਜਦ ਤੋਂ ਮੈਨੂੰ ਸਮਝ ਆਈ ਸੀ ਕਿ ਮੇਰਾ ਵਿਆਹ ਹੋ ਗਿਆ ਹੈ, ਮੈਂ ਕਿੰਨੇ ਚਾਅ ਨਾਲ ਤੋਤਿਆਂ ਵਾਲੀਆਂ ਦਰੀਆਂ ਖਾਸ ਸਾਡੇ ਦੋਹਾਂ ਦੇ ਮੰਜਿਆਂ ਤੇ ਵਿਛਾਉਣ ਲਈ ਬੁਣੀਆਂ ਸੀ। ਕਿੰਨੇ ਰੁਮਾਲਾਂ ਤੇ ਉਸਦਾ ਤੇ ਮੇਰਾ ਨਾਮ ਲਿਖ ਕੇ ਕਢਾਈ ਕੀਤੀ ਸੀ। ਚਾਦਰਾਂ ਤੇ ਕੋਨਿਆਂ ਤੇ ਵੀ ਉਸਦਾ ਨਾਂ ਕੱਢਿਆ ਸੀ। ਉਹਨੂੰ ਝੱਲ ਮਾਰਨ ਲਈ ਖਾਸ ਪੱਖੀ ਬਣਾਈ ਸੀ। ਮੈਨੂੰ ਲੱਗਦਾ ਹੁੰਦਾ ਸੀ ਕਿ ਸ਼ਾਇਦ ਉਹ ਵੀ ਮੇਰੇ ਲਈ ਉਹੀ ਸਭ ਮਹਿਸੂਸ ਕਰਦਾ ਹੋ ਜਿਵੇਂ ਮੈਂ ਕਰਦੀ ਹਾਂ। ਜਦੋਂ ਵੱਡੀ ਭੈਣ ਕਾਕੇ ਨੂੰ ਗੋਦੀ ਚੁੱਕ ਕੇ ਜੀਜਾ ਜੀ ਦੀ ਪੈਰ ਨੂੰ ਪੈਰ ਧਰਦੀ, ਉਹਨਾਂ ਦੇ ਪਿੱਛੇ ਪਿੱਛੇ ਤੁਰਦੀ, ਤਾਂ ਮੇਰੇ ਮਨ 'ਚ ਵੀ ਨਿੱਘੇ ਜਿਹੇ ਅਹਿਸਾਸ ਹੁਲਾਰੇ ਲੈਣ ਲੱਗ ਜਾਂਦੇ ਸੀ। ਪਰ ਜੋ ਵੀ ਸੁਣਿਆ ਸੀ ਉਹ ਸਭ ਇੰਨਾ ਸੱਚ ਨਿਕਲੂਗਾ, ਇਹ ਤਾਂ ਇੱਥੇ ਆ ਕੇ ਹੀ ਪਤਾ ਲੱਗ ਸਕਿਆ। ਮੇਰੇ ਰੋਂਦੀ ਦੇ ਮੋਢੇ ਤੇ ਕਿਸੇ ਨੇ ਆ ਕੇ ਹੱਥ ਰੱਖਿਆ। ਮੈਂ ਮੁੜ ਕੇ ਵੇਖਿਆ ਤਾਂ ਮੇਰੀ ਸੱਸ ਸੀ। ਉਹਨੇ ਮੈਨੂੰ ਕਿਹਾ, ਜਾ ਉਹਨੂੰ ਚਾਹ ਦੇ ਕੇ ਆ, ਉਹ ਉਹੀ ਲੌਂਗਾ ਵਾਲੀ ਚਾਹ ਹੈ। ਮੈਨੂੰ ਉਸ ਸਿਆਣੇ ਦੇ ਕਹੀ ਗੱਲ ਚੇਤੇ ਆ ਗਈ। ਮੈਂ ਹਿੰਮਤ ਕਰਕੇ ਉੱਠੀ ਤੇ ਉਹਦੇ ਲਈ ਚਾਹ ਲੈ ਕੇ ਗਈ, ਪਰ ਉਹਨੇ ਚਾਹ ਪੀਣ ਤੋਂ ਇਨਕਾਰ ਕਰ ਦਿੱਤਾ, ਸਗੋਂ ਆਪਣੀ ਭਰਜਾਈ ਨੂੰ ਆਪਣੇ ਲਈ ਚਾਹ ਬਣਾਉਣ ਲਈ ਕਿਹਾ। ਇਹ ਵਰਤਾਰਾ ਦੇਖ ਕੇ ਮੇਰੀ ਸੱਸ ਨੂੰ ਖੋਰੇ ਕੀ ਗੁੱਸਾ ਆਇਆ। ਉਹਨੇ ਇੱਕਦਮ ਚੀਕ ਕੇ ਕਿਹਾ, ਹਰਾਮਦੀਏ ਜਾਈਏ, ਜਿਹੜੀਆਂ ਚਾਹਾਂ ਇਹਨੂੰ ਬਣਾ ਬਣਾ ਪਿਲਾਉਣੀ ਫਿਰਦੀ ਐ, ਉਹ ਆਪਣੇ ਖਸਮ ਨੂੰ ਪਿਲਾ, ਜਿਹੜਾ ਵਿਆਹਿਆ ਨਾ ਵਿਆਹਿਆ ਇੱਕ ਬਰਾਬਰ ਹੋਇਆ ਪਿਆ। ਤੇਰੇ ਆਹ ਲੱਛਣਾ ਕਰਕੇ ਮੇਰਾ ਗਊ ਵਰਗਾ ਪੁੱਤ ਟਰੱਕਾਂ ਦੇ ਧੱਕੇ ਖਾਣ ਲਈ ਮਜਬੂਰ ਹੋ ਗਿਆ। ਕਿਹੋ ਜਿਹੀਆਂ ਕਲਹਿਣੀਆਂ ਸਾਡੇ ਘਰ ਆਈਆਂ ਹੈ, ਕੱਢੀ ਵਿਹੜਿਆਂ ਦੀ, ਨਾ ਆਪ ਵਸਦੀ ਐ ਨਾ ਇਹਨੂੰ ਵਸਣ ਦਿੰਦੀ ਐ। ਦੋ ਦੋ ਖਸਮ ਰੱਖੀ ਫਿਰਦੀ ਐ। ਅਜਿਹੀ ਛਾੜ ਤਾਂ ਕਿਸੇ ਨੇ ਨਾ ਦੇਖੀ ਹੋਣੀ ਐ, ਨਾ ਕਿਤੇ ਇਹ ਤੋਂ ਪਹਿਲਾਂ ਜੰਮੀ ਹੋਣੀ ਐ। ਮੇਰੀ ਸੱਸ ਬੋਲਦੀ ਰਹੀ ਤੇ ਉਹ ਦੋਵੇਂ ਜਣੇ ਚੁੱਪ ਕਰਕੇ ਉਹਦੇ ਵੱਲ ਦੇਖਦੇ ਰਹੇ। ਜਦੋਂ ਸੱਸ ਚੁੱਪ ਕਰ ਗਈ ਤਾਂ ਭਿੰਦਰ ਉੱਠਿਆ ਤੇ ਆਪਣੀ ਭਰਜਾਈ ਨੂੰ ਗੁੱਟ ਤੋਂ ਫੜ ਕੇ ਮਾਂ ਵੱਲ ਦੇਖਦਾ ਹੋਇਆ ਬੋਲਿਆ, ਕਿੰਨੀ ਵਾਰ ਦੱਸਾਂ ਕਿ ਜੇ ਕੁਝ ਵੀ ਕਹਿਣਾ ਤਾਂ ਮੈਨੂੰ ਕਹਿ, ਇਹਨੂੰ ਨਹੀਂ। ਮੈਂ ਆਪਣੀ ਮਰਜ਼ੀ ਨਾਲ ਇਹਦੇ ਨਾਲ ਰਹਿ ਰਿਹਾ। ਵੱਡੇ ਬਾਈ ਨੂੰ ਕੋਈ ਦੁੱਖ ਨਹੀਂ ਤਾਂ ਤੈਨੂੰ ਕੀ ਹੈ? ਨਾਲੇ ਮੈਂ ਨਾ ਕੀਤੀ ਸੀ
ਵੀ ਆਹ ਮੁਕਲਾਵਾ ਮੈਂ ਨਹੀਂ ਲੈ ਕੇ ਆਉਣਾ। ਕਿਉਂ ਲੈ ਕੇ ਆਏ? ਉਹਨੇ ਮੇਰੇ ਵੱਲ ਵੇਖਿਆ ਤੇ ਕਿਹਾ, ਇਹ ਹਾਰ ਸ਼ਿੰਗਾਰ ਕਰਨ ਦੀ ਕੋਈ ਲੋੜ ਨਹੀਂ। ਆਪਣੇ ਘਰਦਿਆਂ ਨੂੰ ਬੁਲਾ ਤੇ ਚਲੀ ਜਾ। ਭੁੱਲ ਜਾ ਵੀ ਕਦੇ ਆਪਣਾ ਵਿਆਹ ਹੋਇਆ ਹੋ। ਨਾਲੇ ਉਹ ਕੋਈ ਵਿਆਹ ਨਾ ਤੈਨੂੰ ਪੁੱਛਿਆ ਨਾ ਮੈਨੂੰ। ਫਿਰ ਉਸਨੇ ਆਪਣੀ ਭਰਜਾਈ ਨੂੰ ਕਿਹਾ, ਚੱਲ ਆਪਾਂ ਵਾਪਸ ਸ਼ਹਿਰ ਚੱਲੀਏ। ਇੱਥੇ ਤਾਂ ਸਾਲਿਆਂ ਦਾ ਆਹੀ ਕੁੱਤ ਕਲੇਸ਼ ਰਹਿਣਾ ਹੈ। ਘਰ ਦਾ ਕੋਈ ਵੀ ਜੀ ਉਹਨਾਂ ਨੂੰ ਰੋਕਣ ਦੀ ਹਿੰਮਤ ਨਾ ਕਰ ਸਕਿਆ। ਉਸਨੇ ਆਪਣੀ ਭਰਜਾਈ ਨੂੰ ਸਾਈਕਲ ਦੇ ਮੋਹਰੇ ਬਿਠਾਇਆ ਤੇ ਪੈਡਲ ਮਾਰ ਕੇ ਪਲਾਂ ਛਿਨਾਂ 'ਚ ਧੂੜ ਦੇ ਵਲਵਲੇ ਉਠਾਉਂਦਾ ਹੋਇਆ ਅੱਖੋਂ ਓਲੋ ਹੋ ਗਿਆ। ਮੈਂ ਡੋੜ ਭੋਰ ਨਿੰਮ ਥੱਲੇ ਖੜੀ ਰਹੀ। ਇੰਜ ਲੱਗ ਰਿਹਾ ਸੀ ਸਾਈਕਲ ਨਾਲ ਉੱਡ ਰਹੀ ਧੂੜ ਸਿੱਧੀ ਕਾਲਖ ਬਣ ਕੇ ਮੇਰੀਆਂ ਰੀਝਾਂ ਤੇ ਲੱਗ ਰਹੀ ਹੈ, ਮੇਰੇ ਸੁਪਨਿਆਂ ਨੂੰ ਖਤਮ ਕਰ ਰਹੀ ਹੈ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਸੁਹਾਗਣ ਵਿਧਵਾ ਹੋ ਗਈ ਹੋਵਾਂ। ਜੇਕਰ ਉਹਨੂੰ ਕੁਝ ਹੋਇਆ ਹੁੰਦਾ ਤਾਂ ਛਾਤੀ ਪਿੱਟ ਕੇ ਚੂੜੀਆਂ ਭੰਨ ਦਿੰਦੀ। ਮਨ ਨੂੰ ਕੁਝ ਤਰਵਾਸ ਆਉਂਦਾ ਕਿ ਮਰ ਹੀ ਗਿਆ ਹੈ, ਪਰ ਇਹ ਤਾਂ ਮੇਰੇ ਨਾਲ ਉਹ ਜੱਗੋ ਤੇਰਵੀਂ ਕਰ ਗਿਆ ਸੀ, ਨਾ ਜਿਉਂਦਿਆਂ 'ਚ ਨਾ ਮਰਿਆਂ 'ਚ। ਮੇਰੀ ਸੱਸ ਨੇ ਮੇਰਾ ਸਮਾਨ ਵਾਪਸ ਬੰਨ੍ਹ ਦਿਆ। ਵੱਡੀ ਭੈਣ, ਜੀਜਾ ਜੀ, ਸਹੁਰਾ ਤੇ ਵਿਚੋਲਾ ਮੈਨੂੰ ਨਾਲ ਲੈ ਕੇ ਪੇਕੇ ਛੱਡ ਆਏ। ਸਹੁਰੇ ਨੇ ਆਪਣੀ ਪੱਗ ਲਾ ਕੇ ਬਾਪੂ ਦੇ ਪੈਰਾਂ 'ਚ ਰੱਖ ਕੇ ਆਖਿਆ, ਤੁਸੀਂ ਇਹੋ ਸਮਝ ਲਵੋ ਅਸੀਂ ਆਪਣੀ ਧੀ ਹੀ ਛੱਡਣ ਆਏ ਹਾਂ। ਇਹ ਦਾਗ ਨਹੀਂ ਲੱਗਿਆ ਇਸ ਧੀ ਨੂੰ। ਜਿਹੋ ਜਿਹੀ ਲੈ ਕੇ ਗਏ ਸਾਂ ਉਹੋ ਜਿਹੀ ਛੱਡ ਕੇ ਜਾ ਰਹੇ ਹਾਂ। ਉਹ ਤਾਂ ਇਹ ਸਾਰੀਆਂ ਗੱਲਾਂ ਆਖ ਕੇ ਮੈਨੂੰ ਆਪਣੇ ਗਲੋਂ ਲਾ ਕੇ ਚਲੇ ਗਏ ਸੀ, ਪਰ ਹੁਣ ਮੇਰਾ ਕੀ? ਅਸਲ ਸਵਾਲ ਤਾਂ ਇਹੋ ਸੀ, ਹੁਣ ਮੇਰੀ ਕੀ ਜ਼ਿੰਦਗੀ? ਮੇਰਾ ਮਨ ਇੰਨਾ ਭਰਿਆ ਸੀ ਕਿ ਮੈਂ ਜੋ ਕੁਝ ਵੀ ਪਿੰਦਰ ਨੂੰ ਦਿਲ 'ਚ ਵਸਾ ਕੇ ਬਣਾਇਆ ਸੀ, ਉਹ ਦਰੀਆਂ, ਖੇਸ, ਚਾਦਰਾਂ, ਰੁਮਾਲ, ਪੱਖੀਆਂ, ਸਭ ਕੁਝ ਅੱਗ 'ਚ ਭਸਮ ਕਰ ਦਿੱਤਾ। ਫੇਰ ਵੀ ਚੈਨ ਨਾ ਮਿਲਿਆ ਤਾਂ ਸੂਹੀ ਚੁੰਨੀ ਤੇ ਚੂੜਾ ਚੱਕ ਕੇ ਜਲਾ ਦਿੱਤਾ। ਬੇਬੇ ਬਾਪੂ ਨੂੰ ਫਿਕਰ ਲੱਗ ਗਿਆ ਕਿ ਕਿਤੇ ਕੁੜੀ ਝੱਲੀ ਨਾ ਹੋ ਜਾਵੇ। ਮੇਰਾ ਝੱਲ ਖਲਾਰਿਆ ਦੇਖ ਕੇ ਬਾਪੂ ਹੌਂਕਾ ਲੈ ਗਿਆ। ਪਤਾ ਨਹੀਂ ਉਹਦੇ ਦਿਮਾਗ ਨੂੰ ਕੀ ਹੋਇਆ, ਉਹ ਅਵਾ ਤਵਾ ਬੋਲਣ ਲੱਗ ਗਿਆ। ਅਜਿਹਾ ਬੋਲਣ ਲੱਗਿਆ ਕਿ ਮੁੜ ਸਾਲ ਸਾਰਾ ਆਹੀ ਹਾਲ ਰਿਹਾ ਉਹਦਾ। ਰਾਤਾਂ ਨੂੰ ਉੱਠ ਲੋਕਾਂ ਨੂੰ ਗਾਲਾਂ ਕੱਢਣ ਲੱਗ ਪੈਂਦਾ। ਗੰਡਾਸਾ ਚੁੱਕ ਕੇ ਕਿਧਰੇ ਨੂੰ ਤੁਰ ਪੈਂਦਾ। ਫੜ ਕੇ ਰਾਹਾਂ ਤੋਂ ਮੋੜ ਕੇ ਲੈ ਕੇ ਆਉਂਦੇ। ਮਸੀਂ ਸੌਂਦਾ ਸੀ, ਪਰ ਜਦੋਂ ਉੱਠਦਾ ਫਿਰ ਉਹੀ ਹਾਲ। ਲੋਕ ਆਖਦੇ ਕੁੜੀ ਨਿਰੀ ਨਹੈਸ਼ ਹੈ, ਨਾ ਸੋਹਰੀ ਵਸੇਵਾ ਹੋਇਆ, ਹੁਣ ਪੇਕਾ ਘਰ ਵੀ ਲੱਗਦਾ ਬਰਬਾਦ ਕਰਕੇ ਛੱਡੂ। ਕਿਸੇ ਵਿਆਹ 'ਚ ਜਾਣ ਦੀ ਪੂਰੀ ਮਨਾਹੀ ਸੀ। ਕੁੜੀਆਂ ਬੁੜੀਆਂ ਵਿਆਹੀ ਮੰਗੀ ਕੁੜੀ ਨੂੰ ਮੇਰੇ ਕੋਲ ਆਉਣ ਵੀ ਨਾ ਦਿੱਤਾ ਜਾਂਦਾ, ਕਿਤੇ ਪਰਛਾਵਾਂ ਨਾ ਪੈ ਜਾਵੇ। ਇਹ ਸਾਰਾ ਕੁਝ ਹਾਲੇ ਘੱਟ ਹੀ ਸੀ ਕਿ ਇੱਕ ਦਿਨ ਬਾਪੂ ਪੂਰਾ ਹੋ ਗਿਆ, ਸਾਨੂੰ ਛੱਡ ਜਹਾਨੋਂ ਤੁਰ ਗਿਆ। ਮਗਰ ਮੈਂ ਤੇ ਮਾਂ ਤੇ ਨਿੱਕਾ ਵੀ ਰਹਿ ਗਿਆ। ਵੱਡਾ ਵੀਰ ਤਾਂ ਉਂਝ ਹੀ ਖਫਾ ਰਹਿੰਦਾ ਸੀ। ਉੱਪਰੋਂ ਵੱਡੀ ਭਾਬੀ ਆਖ ਦਿਆ ਕਰਦੀ, ਤੇਰੀ ਦਰ ਤੇ ਬੈਠੀ ਧੀ ਨੂੰ ਮੈਂ ਲਾਂਬੂ ਲਾਉਣੀ ਹਾਂ। ਮਜਬੂਰ ਹੋਈ ਬੇਬੇ ਸਭ ਕੁਝ ਸੁਣ ਕੇ ਚੁੱਪ ਹੋ ਜਾਇਆ ਕਰਦੀ। ਵੱਡੇ ਵੀਰ ਤੇ ਭਰਜਾਈ ਤੇ ਪਤਾ ਨਹੀਂ ਲੋਕਾਂ ਨੇ ਕੰਨ ਭਰ ਦਿੱਤੇ ਤਾਂ ਭਾਬੀ ਦੇ ਪੇਕਿਆਂ ਨੇ ਕੁਝ ਕਹਿ ਦਿੱਤਾ। ਉਹਨਾਂ ਨੇ ਅੱਡ ਹੋਣ ਦੀ ਰੱਟ ਲਾ ਲਈ। ਸਾਰੇ ਕਾਸੇ 'ਚ ਫਿਰ ਮੇਰਾ ਹੀ ਕਸੂਰ ਕੱਢਿਆ ਜਾ ਰਿਹਾ ਸੀ ਕਿ ਇਸ ਦੀ ਤਾਂ ਕਿਸਮਤ ਹੀ ਭੈੜੀ ਹੈ, ਜਿੱਥੇ ਵੀ ਜਾਵੇਗੀ ਮਨਹੂਸੀਅਤ ਨਾਲ ਲੈ ਕੇ ਜਾਵੇਗੀ। ਹੁਣ ਇਸ ਦਾ ਵਿਆਹ ਕਿੱਥੋਂ ਹੋਣਾ ਹੈ? ਬੇਬੇ ਕੋਈ ਤਮਾਸ਼ਾ ਕਰਨਾ ਨਹੀਂ ਸੀ ਚਾਹੁੰਦੀ, ਇਸ ਲਈ ਦੋਵਾਂ ਦੀ ਗੱਲ ਮੰਨ ਕੇ ਚੁੱਪਚਾਪ ਮੈਨੂੰ ਤੇ ਨਿੱਕੇ ਵੀਰ ਨੂੰ ਨਾਲ ਲੈ ਕੇ ਅੱਡ ਹੋ ਗਈ। ਸੋਚਿਆ ਸੀ ਝਗੜੇ ਝੇੜੇ ਨਿਪਟ ਜਾਣਗੇ, ਪਰ ਉਹ ਹੋਰ ਵੱਧ ਗਏ। ਸਾਰਾ ਆਂਢ ਗੁਆਂਢ ਬੇਬੇ ਨੂੰ ਸ਼ੁਰੂ ਤੋਂ ਜਾਣਦਾ ਸੀ। ਫਿਰ ਵੀ ਭਰਜਾਈ ਨੇ ਆਂਢ ਗੁਆਂਢ 'ਚ ਜਾ ਕੇ ਬੇਬੇ ਤੇ ਮੇਰੇ ਬਾਰੇ ਚੰਗੀਆਂ ਮਾੜੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਗਵਾਂਢਣਾਂ ਨੇ ਚਾਰ ਗੱਲਾਂ ਹੋਰ ਕੋਲੋਂ ਜੋੜ ਕੇ ਬੇਬੇ ਨੂੰ ਦੱਸ ਜਾਇਆ ਕਰਨੀਆਂ। ਇੱਕ ਦੋ ਵਾਰ ਬੇਬੇ ਨੇ ਭਾਬੀ ਨੂੰ ਗਵਾਂਢੀਆਂ ਕੋਲ ਘਰ ਦੀਆਂ ਗੱਲਾਂ ਕਰਨ ਤੋਂ ਮਨਾ ਕੀਤਾ ਤਾਂ ਭਾਬੀ ਫਿਰ ਰੋਲਾ ਪਾ ਕੇ ਬਹਿ ਗਈ। ਉਸ ਤੋਂ ਮਗਰੋਂ ਬੇਬੇ ਨੇ ਕੰਨਾਂ ਨੂੰ ਹੱਥ ਲਗਾ ਲਏ ਕਿ ਹੁਣ ਕਦੇ ਕੁਝ ਨਹੀਂ ਕਹਿਣਾ। ਕੋਈ ਗੱਲ ਇਧਰੋਂ ਉਧਰੋਂ ਪਤਾ ਲੱਗਦੀ ਤਾਂ ਬੇਬੇ ਕੰਨ 'ਚ ਰੂਹ ਹੀ ਲੈ ਲੈਂਦੀ। ਇੱਧਰ ਮੇਰਾ ਜਿਉਣਾ ਤੇ ਵਿਧਵਾ ਨਾਲੋਂ ਵੀ ਭੈੜਾ ਹੋ ਗਿਆ ਸੀ। ਨਾ ਕਿਸੇ ਦੇ ਵਿਆਹ 'ਚ ਜਾਂਦੀ ਤੇ ਜਾਣ ਦਾ ਚਿੱਤ ਵੀ ਕਰਦਾ ਤਾਂ ਕੁੜੀਆਂ ਮੇਰੇ ਵੱਲੋਂ ਇੰਜ ਪਰਾਂ ਹੋ ਕੇ ਲੰਘਦੀਆਂ ਜਿਵੇਂ ਮੈਨੂੰ ਕੋਈ ਛੂਤ ਦਾ ਰੋਗ ਲੱਗਿਆ ਹੋਵੇ। ਅੱਖਾਂ 'ਚ ਹੰਝੂ ਭਰ ਕੇ ਮੈਂ ਘਰ ਆ ਜਾਇਆ ਕਰਦੀ। ਘਰ ਦੇ ਕੰਮਕਾਰ ਤੋਂ ਇਲਾਵਾ ਮੇਰੀ ਜ਼ਿੰਦਗੀ 'ਚ ਹੁਣ ਕੁਝ ਵੀ ਨਹੀਂ ਸੀ ਰਹਿ ਗਿਆ। ਸਮਾਂ ਪਾ ਕੇ ਨਿੱਕੇ ਵੀਰ ਨੇ ਆਪਣੇ ਹਿੱਸੇ ਦੀ ਖੇਤੀ ਸੰਭਾਲ ਲਈ ਤੇ ਉਸਨੇ ਨਾਲ ਦੁੱਧ ਦੀ ਡੈਰੀ ਖੋਲ੍ਹ ਲਈ। ਕੰਮ ਵਧੀਆ ਚੱਲਣ ਲੱਗ ਪਿਆ। ਉਹਦੇ ਲਈ ਕੋਈ ਰਿਸ਼ਤਾ ਆਉਂਦਾ ਤਾਂ ਘਰ 'ਚ ਛੁੱਟੜ ਕੁੜੀ ਨੂੰ ਬੈਠੀ ਵੇਖ ਕੇ ਉਹ ਰਿਸ਼ਤਾ ਵੀ ਸਿਰੇ ਨਾ ਚੜਦਾ। ਕਹਿੰਦੇ ਨੇ 12 ਸਾਲ ਬਾਅਦ ਤਾਂ ਰੂੜੀ ਦੀ ਕਿਸਮਤ ਵੀ ਜਾਗ ਪੈਂਦੀ ਹੈ ਤੇ ਸ਼ਾਇਦ ਮੇਰੇ ਨਾਲ ਵੀ ਇੰਜ ਹੀ ਹੋਇਆ ਸੀ। ਕਿਸਮਤ ਜਾਗ ਗਈ ਸੀ। ਨਿੱਕੇ ਵੀਰ ਤੇ ਕਿਸੇ ਜਾਣਕਾਰ ਨੇ ਮੇਰਾ ਰਿਸ਼ਤਾ ਪੱਕਾ ਕਰਵਾ ਦਿੱਤਾ। ਅਗਲੇ ਮੈਨੂੰ ਉਚੇਜਾ ਦੇਖਣ ਵੀ ਨਾ ਆਏ।
ਸਾਰੀ ਗੱਲ ਵਿਚੋਲੇ ਦੇ ਸਿਰ ਤੇ ਹੀ ਛੱਡੀ ਹੋਈ ਸੀ। ਮੁੰਡੇ ਦੇ ਮਾਂ-ਬਾਪ ਨਹੀਂ ਸੀ ਤੇ ਵੱਡੀ ਭੈਣ ਅਤੇ ਜੀਜੇ ਨੇ ਹੀ ਵਿਆਹ ਕਰਨਾ ਸੀ। ਵੀਰ ਉਹਨਾਂ ਦਾ ਘਰ-ਬਾਰ ਵੇਖ ਕੇ ਆਇਆ ਸੀ। ਪੱਕਾ ਮਕਾਨ ਬਣਿਆ ਹੋਇਆ ਸੀ, ਘਰ 'ਚ ਸਕੂਟਰ ਵੀ ਸੀ ਤੇ ਟੀਵੀ ਵੀ, ਫ੍ਰਿਜ, ਕੂਲਰ ਸਭ ਕੁਝ ਸੀ। ਰੱਜਿਆ ਪੁੱਜਿਆ ਘਰ ਲੱਗ ਰਿਹਾ ਸੀ। ਮੁੰਡਾ ਫੌਜੀ ਸੀ, ਕਦੇ ਕਦਾਈ ਹੀ ਛੁੱਟੀ ਆਉਂਦਾ ਸੀ ਤੇ ਵਿਆਹ ਤੋਂ ਮਗਰੋਂ ਉਸਨੇ ਆਪਣੀ ਪਤਨੀ ਨੂੰ ਨਾਲ ਹੀ ਰੱਖਣਾ ਸੀ। ਮੇਰੀ ਮੁੜ ਤੋਂ ਉਮੀਦ ਜਾਗੀ। ਬੇਬੇ ਰੱਬ ਦਾ ਸ਼ੁਕਰਾਨਾ ਕਰਦੀ ਨਾ ਥੱਕਦੀ, ਨਾਲ ਹੀ ਆਖ ਦਿਆ ਕਰਦੀ ਕਿ ਵਾਹਿਗੁਰੂ ਜੋ ਕਰਦਾ ਹੈ ਸਭ ਕੁਝ ਚੰਗੇ ਲਈ ਕਰਦਾ ਹੈ। ਮੈਨੂੰ ਵੀ ਇਹੋ ਮਹਿਸੂਸ ਹੁੰਦਾ ਕਿ ਸ਼ਾਇਦ ਮੇਰੀ ਕਿਸਮਤ 'ਚ ਤਾਂ ਫੌਜੀ ਲਿਖਿਆ ਸੀ, ਫਿਰ ਉੱਥੇ ਕਿਵੇਂ ਵਸ ਜਾਂਦੀ। ਇਹਨਾਂ ਨੂੰ ਹੀ ਸੰਜੋਗ ਕਹਿੰਦੇ ਹੋਣਗੇ ਜੋ ਉਹਦੇ ਲਾਵਾਂ ਲਈਆਂ ਹੀ ਝੂੜੀਆਂ ਪੈ ਗਈਆਂ ਤੇ ਹੁਣ ਮੇਰੀ ਕਿਸਮਤ ਕਿਸੇ ਹੋਰ ਨਾਲ ਜੁੜ ਰਹੀ ਹੈ। ਫੌਜੀ ਨੇ ਛੁੱਟੀ ਆਉਣਾ ਸੀ ਤੇ ਰਿਸ਼ਤਾ ਪੱਕਾ ਹੋਣ ਤੇ ਹਫ਼ਤੇ ਦੇ ਅੰਦਰ ਅੰਦਰ ਉਹਨਾਂ ਨੇ ਵਿਆਹ ਲਈ ਆਖ ਦਿੱਤਾ। ਮੇਰੀ ਬੇਬੇ ਤੇ ਮੈਨੂੰ ਤਾਂ ਜਿਵੇਂ ਚਾਹ ਹੀ ਚੜ ਗਿਆ ਸੀ। ਆਖਰ ਕਦੋਂ ਤੱਕ ਲੋਕਾਂ ਦੀਆਂ ਗੱਲਾਂ ਸੁਣਦੀ ਰਹਿੰਦੀ। ਮੇਰੇ ਵੀ ਸਬਰ ਦਾ ਬੰਨ ਜਵਾਬ ਦੇ ਰਿਹਾ ਸੀ। ਕਦੇ ਕਦੇ ਮੇਰਾ ਵੀ ਦਿਲ ਕਰਦਾ ਹੁੰਦਾ ਸੀ ਕਿ ਅੱਗਿਓਂ ਇਹਨਾਂ ਤਿੱਖੇ ਬੋਲ ਬੋਲਣ ਵਾਲਿਆਂ ਨੂੰ ਸੁਣਾ ਦਿਆਂ, ਪਰ ਹਰ ਵਾਰ ਜੀਭ ਦੰਦਾਂ ਦੇ ਲੈ ਚੁੱਪ ਕਰ ਰਹਿੰਦੀ। ਮੈਨੂੰ ਖੁਸ਼ੀ ਸੀ ਕਿ ਮੈਨੂੰ ਮਹਿਨੂਸ ਆਖਣ ਵਾਲੀਆਂ ਸਭ ਜ਼ੁਬਾਨਾਂ ਨੂੰ ਹੁਣ ਤਾਲੇ ਲੱਗ ਜਾਣਗੇ। ਜਿਹੜੀਆਂ ਕਹਿੰਦੀਆਂ ਸੀ ਇਹਨੂੰ ਹੁਣ ਕਿਸ ਨੇ ਲੈਣਾ ਹੈ, ਉਹੀ ਅਸੀਸਾਂ ਦੇਣਗੀਆਂ। ਵਿਆਹ ਹੋ ਰਿਹਾ ਸੀ, ਉਹ ਵੀ ਫੌਜੀ ਨਾਲ। ਮੈਨੂੰ ਮੇਰੇ ਭਾਗਾਂ ਤੇ ਗਰੂਰ ਹੋ ਰਿਹਾ ਸੀ। ਉੱਪਰੋਂ ਅਸੀਂ ਪਹਿਲਾਂ ਵਾਲੇ ਰਿਸ਼ਤੇ ਦਾ ਕੋਈ ਲੁਕੋ ਵੀ ਨਹੀਂ ਸੀ ਰੱਖਿਆ। ਸਾਰੀ ਗੱਲ ਪਹਿਲਾਂ ਹੀ ਖੋਲ ਕੇ ਰੱਖ ਦਿੱਤੀ ਸੀ। ਉਸ ਤੇ ਵੀ ਉਹਨਾਂ ਨੇ ਕੋਈ ਇਤਰਾਜ਼ ਨਹੀਂ ਸੀ। ਉਹਨਾਂ ਨੂੰ ਬਸ ਘਰ ਸੰਭਾਲਣ ਵਾਲੀ ਸਿਆਣੀ ਕੁੜੀ ਚਾਹੀਦੀ ਸੀ ਤੇ ਘਰ ਸੰਭਾਲਣ ਦਾ ਹਰ ਗੁਰ ਮੇਰੀ ਬੇਬੇ ਨੇ ਮੈਨੂੰ ਦਿੱਤਾ ਸੀ। ਕੰਮਕਾਰ ਕਿਸੇ ਪੱਖੋਂ ਵੀ ਮੈਂ ਘੱਟ ਨਹੀਂ ਸੀ। ਚੁੱਲ੍ਹਾ ਬਣਾਉਣ ਤੋਂ ਲੈ ਕੇ ਦਰੀਆਂ ਬੁਣਨ ਤੱਕ, ਰੋਟੀ ਟੁੱਕ ਤੋਂ ਲੈ ਕੇ ਆਪ ਤੋਂ ਬੜਿਆਂ ਦਾ ਆਦਰ ਸਤਿਕਾਰ ਕਰਨ ਤੱਕ ਹਰ ਪਾਸੇ ਤੋਂ ਮੈਂ ਨਿਪੁੰਨ ਸੀ। ਮੈਂ ਤੇ ਬੇਬੇ ਨੇ ਵਿਆਹ ਦੇ ਸਾਰੇ ਕੰਮ ਫਟਾਫਟ ਨਪੇੜ ਦਿੱਤੇ। ਵੱਡੀ ਭੈਣ ਨੂੰ ਵੀ ਉਸਦੇ ਸਹੁਰਿਆਂ ਤੋਂ ਬੁਲਾ ਲਿਆ ਸੀ। ਗੱਲਾਂ-ਗੱਲਾਂ 'ਚ ਉਸ ਤੋਂ ਪਤਾ ਲੱਗਿਆ ਕਿ ਬਿੰਦਰ ਦਾ ਦੂਜਾ ਵਿਆਹ ਕਰ ਲਿਆ ਹੈ ਤੇ ਹੁਣ ਉਸਨੂੰ ਅਕਲ ਤਾਂ ਆ ਗਈ ਹੈ। ਉਹ ਆਪਣੀ ਘਰਵਾਲੀ ਨਾਲ ਰਹਿਣਾ ਚਾਹੁੰਦਾ ਹੈ, ਪਰ ਉਸਦੀ ਭਰਜਾਈ ਉਸਨੂੰ ਰਹਿਣ ਨਹੀਂ ਦਿੰਦੀ। ਮੈਂ ਉਸਦੀ ਗੱਲਾਂ ਨੂੰ ਕੋਈ ਤਵੱਜੋ ਨਾ ਦਿੱਤੀ। ਇਹ ਵੇਲਾ ਬੀਤੇ ਬਾਰੇ ਸੋਚਣ ਦਾ ਨਹੀਂ, ਸਗੋਂ ਭਵਿੱਖ ਲਈ ਸੁਪਨੇ ਸਜਾਉਣ ਦਾ ਸੀ। ਇਸ ਵਾਰ ਮਹਿੰਦੀ ਵੀ ਬਹੁਤ ਗੂੜੀ ਸੀ। 7 ਦਿਨ 7 ਮਹੀਨਿਆਂ ਵਾਂਗ ਲੰਘੇ ਸੀ। ਆਖਰ ਉਹ ਦਿਨ ਵੀ ਆ ਗਿਆ ਜਿਸ ਦਿਨ ਮੈਂ ਆਪਣੇ ਘਰ ਜਾਣਾ ਸੀ। ਸਹੁਰਾ ਘਰ ਹੀ ਤਾਂ ਹੁੰਦਾ ਕੁੜੀਆਂ ਦਾ ਆਪਣਾ ਘਰ। ਪੇਕੇ ਘਰ ਤਾਂ ਥੋੜੇ ਸਮੇਂ ਲਈ ਹੁੰਦੀਆਂ ਨੇ। ਇਹੋ ਤਾਂ ਮੈਂ ਹਮੇਸ਼ਾ ਸਿੱਖਿਆ ਸੀ। ਮੈਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਲਾਵਾਂ ਵੀ ਹੋ ਗਈਆਂ। ਵਿਦਾਈ ਵੇਲੇ ਮੈਂ ਬੜਾ ਰੋਈ। ਮੈਨੂੰ ਮੇਰੀ ਬੇਬੇ ਦਾ ਬਹੁਤ ਫਿਕਰ ਸੀ। ਮੇਰੇ ਬਿਨਾਂ ਉਹ ਇਕੱਲੀ ਕਿਵੇਂ ਕੰਮਕਾਰ ਕਰੂਗੀ, ਕਿਵੇਂ ਕਰੂਗੀ ਉਹ ਇਕੱਲੀ। ਮੈਂ ਰੋਂਦੀ ਰੋਂਦੀ ਨੇ ਬੇਬੇ ਨੂੰ ਕਿਹਾ, ਵੀਰਾ ਵਿਆਹ ਲਈ ਹੁਣ ਛੇਤੀ ਹੀ। ਮੇਰਾ ਸਹਾਰਾ ਹੁਣ ਤੱਕ ਹੀ ਸੀ। ਲੰਬੇ ਸਾਰੇ ਘੁੰਡ 'ਚ ਮੈਨੂੰ ਬਾਹਰ 'ਚ ਕੁਝ ਵੀ ਨਹੀਂ ਸੀ ਦਿਸ ਰਿਹਾ। ਬਸ ਇੰਨਾ ਕੁ ਪਤਾ ਹੈ ਕਿ ਆਉਂਦੇ ਹੋਏ ਇੱਕ ਥਾਂ ਕਾਰ ਰੋਕੀ ਸੀ। ਕਿਸੇ ਹੋਟਲ ਦੇ ਸਭ ਨੇ ਠੰਡੇ ਪੀਤੇ ਸਨ। ਮੈਨੂੰ ਵੀ ਉਹਨਾਂ ਨੇ ਠੰਡਾ ਪੁੱਛਿਆ ਸੀ। ਮੈਂ ਸਿਰ ਹਿਲਾ ਕੇ ਨਾ ਕਰ ਦਿੱਤੀ ਸੀ। ਕਾਰ ਤੋਂ ਬਾਹਰ ਖੜਿਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਇਹਨਾਂ ਦੇ ਦੋਸਤ ਹਾਸਾ ਮਜ਼ਾਕ ਕਰ ਰਹੇ ਸੀ। ਇਹ ਸਭ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ। ਇਹੋ ਜਿਹਾ ਹੀ ਤਾਂ ਹੁੰਦਾ ਹੈ ਪਤੀ ਪਤਨੀ ਦਾ ਰਿਸ਼ਤਾ, ਪਿਆਰ ਨਾਲ ਭਰਪੂਰ।